ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ। ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਦੀ ਰਹਿਮਤ ਕਰਨ, ਆਪਣੀ ਸਿੱਖਿਆਦਾਇਕ ਸਾਖੀ ਤਿਸ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ ਤੇ ਸੰਧਿਆ ਕੇ ਸਮੇਂ ਆਪਣੇ ਹੀ ਦਰਬਾਰ ਦੀ ਹਾਜ਼ਰੀ ਕਰਨ ਦਾ ਸੁਭਾਗ ਬਖਸ਼। ਮਹਾਰਾਜ ਨੇ ਰਹਿਮਤ ਕੀਤੀ, ਜਗਤ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਪੜ੍ਹਨ ਸੁਣਨ ਦਾ ਸੁਭਾਗ ਮਿਲੇ। ਕੱਲ ਤੱਕ ਅਸੀਂ ਵਾਚਦੇ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਤੇ ਪੁਨः ਪ੍ਰਗਟ ਹੋਏ ਨੇ, ਜਿਸ ਦੇ ਬਾਰੇ ਕਈ ਲੋਕ ਪੁੱਛਦੇ ਨੇ ਕਿ ਆਖਰ 3 ਦਿਨ ਦੇ ਦਰਮਿਆਨ ਕੀ ਕੁਝ ਵਾਪਰਿਆ ਹੋਵੇਗਾ। ਅਸੀਂ ਤੁਸੀਂ ਇੱਕ ਦੂਜੇ ਨੂੰ ਅੰਦਾਜ਼ੇ ਦੇ ਮੁਤਾਬਕ ਦੱਸਦੇ ਹੁੰਦੇ ਹਾਂ ਵੀ ਇਹ ਹੋਇਆ, ਇੱਦਾਂ ਹੋਇਆ। ਉੱਥੇ ਜੋ ਕੁਝ ਵਰਤਿਆ ਅਸਾਂ ਤੁਸਾਂ ਦਾ ਕਹਿਣਾ ਤੇ ਅੰਦਾਜ਼ਿਆਂ ਵਿੱਚ ਹੈ, ਜਾਂ ਸਾਡੇ ਵਡੇਰੇ ਬਜ਼ੁਰਗਾਂ ਨੇ ਜੋ ਕੁਝ ਵੀ ਸਾਨੂੰ ਸਾਖੀਆਂ ਕਰਕੇ ਦੱਸਿਆ ਅਸੀਂ ਉਹਦੇ ਮੁਤਾਬਕ ਚੱਲਦੇ ਹਾਂ। ਪਰ ਕੋਈ ਗੱਲ ਐਸੀ ਵੀ ਤੇ ਹੋਣੀ ਚਾਹੀਦੀ ਨੇ ਜਿਸ ਨੂੰ ਅਸੀਂ ਤੁਸੀਂ ਸੱਤ ਕਰਕੇ ਜਾਣੀਏ, ਜਿਸ ਨੂੰ ਕੱਟਣ ਦੀ, ਜਿਹਦੇ ਬਾਬਤ ਇਨਕਾਰ ਕਰਨ ਦੀ ਮੇਰੇ ਵਿੱਚ ਤੁਹਾਡੇ 'ਚ ਕੋਈ ਤਾਬ ਨਾ ਹੋਵੇ। ਤੇ ਉਹ ਹੈ ਪਾਵਨ ਬਾਣੀ। ਮਾਝ ਕੀ ਵਾਰ ਕਦੇ ਦਾ ਪਾਠ ਕਰਨਾ। ਮਾਝ ਕੀ ਵਾਰ ਵਿੱਚ ਇੱਕ ਪੌੜੀ ਹੁੰਦੀ ਹੈ, ਹਉ ਢਾਡੀ ਵਿਕਾਰ ਕਾਰੈ ਲਾਇਆ, ਰਾਤ ਦੇਹ ਕੇ ਵਾਰ ਧੁਰੋਂ ਫਰਮਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿਨ ਸੁਖ ਪਾਇਆ, ਢਾਡੀ ਕਰੇ ਕਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਸਿਆਣੇ ਮੰਨਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਉਹਦਾ ਦਰਸ਼ਨ ਕਰਾਇਆ ਕਿ ਭਾਈ ਸਾਨੂੰ ਕਰਤੇ ਨੇ ਖਾਸ ਕਾਰੇ ਲਾ ਦਿੱਤਾ ਹੈ, ਆਪਣੇ ਦਰਬਾਰ 'ਚ ਬੁਲਾਇਆ, ਸਿਰ ਪਾਉ ਬਖਸ਼ਿਆ। ਔਰ ਇਹ ਤਕਰੀਬਨ ਸਾਰੇ ਅਨੁਭਵੀ ਵੀ ਕਹਿੰਦੇ ਨੇ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਨੂੰ ਨਾਮ ਕਾ ਪਿਆਲਾ ਮਿਲਿਆ। ਨਾਨਕ ਜੀ ਨੇ ਤਸਲੀਮ ਕੀਤਾ ਤੇ ਕਰਤਾ ਪੁਰਖ ਨੇ ਕਿਹਾ, ਇਹ ਨਾਮ ਕਾ ਪਿਆਲਾ ਨਾਨਕ ਤੂੰ ਪੀ, ਇਹ ਅੰਮ੍ਰਿਤ ਰਸ ਹੈ। ਫਿਰ ਸ਼ਬਦ ਦੇ ਸਦਕੇ ਆਪਣੇ ਪਿਆਰਿਆਂ ਨੂੰ ਜਪਾ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਰਗਾਹ ਤੋਂ ਸੁਰਖੁਰ ਹੋ ਇੱਕ ਸੇਧ ਲੈ ਕੇ, ਜਿਹਨੂੰ ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਨੇ, ਚੜਿਆ ਸੋਧਣ ਤਖਤ ਲੁਕਾਏ। ਕਿਉਂਕਿ ਇਸ ਦਿਨ ਤੋਂ ਬਾਅਦ ਵਿੱਚ ਫਿਰ ਵਿਚਕਾਰਲੇ ਇੱਕ ਲੰਮੇਰਾ ਸਮਾਂ ਗੁਰੂ ਸਾਹਿਬ ਜੀ ਨੇ ਦੁਨਿਆਵੀ ਜਿਵੇਂ ਪਹਿਲਾਂ ਕਿਰਤ ਕਾਰਜ ਨੂੰ ਉਸ ਤਰ੍ਹਾਂ ਨਹੀਂ ਕਿਰਤਾਂ ਕੀਤੀਆਂ। ਫਿਰ ਲੰਮੇਰਾ ਸਮਾਂ ਮਹਾਰਾਜ ਜੀ ਨੇ ਸਿਰਫ ਇਸੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਔਰ ਉਹਦੇ ਵਾਸਤੇ ਅਸੀਂ ਕੱਲ੍ਹ ਵਾਚਦੇ ਸਾਂ ਗੁਰੂ ਪਾਤਸ਼ਾਹ ਸਾਹਿਬ ਜੀ
ਜਿਵੇਂ ਦਰਿਆ 'ਚ ਇਸ਼ਨਾਨ ਕਰਨ ਲਈ ਪ੍ਰਵੇਸ਼ ਕੀਤਾ ਸੀ, ਦਰਿਆ 'ਚੋਂ ਬਾਹਰ ਆਏ ਨੇ। ਇਹ ਗੱਲ ਸਾਡੀ ਸਮਝ ਤੋਂ ਫਿਰ ਦੁਹਰਾਦਿਆਂ ਪਾਰ ਹੈ, ਕਿਉਂਕਿ ਅਸੀਂ ਕਾਲ ਦੇ ਦੇਸ਼ ਵਿੱਚ ਹਾਂ। ਇਹ ਗੱਲ ਅਕਾਲ ਦੀ ਹੈ, ਅਤੇ ਕਾਲ ਦੇ ਦੇਸ਼ ਵਿੱਚ ਜੋ ਅਸੀਂ ਤੁਸੀਂ ਰਹਿੰਦੇ ਹਾਂ, ਸਾਡੀ ਸੋਚਣ ਦੀ, ਵਿਚਾਰਨ ਦੀ, ਕਹਿਣ ਦੀ, ਸੁਣਨ ਦੀ ਸਮਰੱਥਾ ਸੀਮਿਤ ਹੁੰਦੀ ਹੈ। ਅਸੀਂ ਸਭ ਕੁਝ ਸਮੇਂ ਦੀ ਪਾਬੰਦੀ ਦੇ ਵਿੱਚ ਰਹਿੰਦੇ ਹਾਂ। ਜੋ ਅਕਾਲ ਦਾ ਦੇਸ਼ ਹੁੰਦਾ ਹੈ, ਉੱਥੇ ਸਮਾਂ ਨਹੀਂ ਹੁੰਦਾ। ਸਮਾਂ ਹੈ ਹੀ ਨਹੀਂ, ਤਾਂ ਹੀ ਤੇ ਅਕਾਲ ਹੈ ਨਾ। ਆਪਾਂ ਕਹਿੰਦੇ ਹਾਂ ਅਕਾਲ ਮੂਰਤ। ਮੂਰਤ ਹੈ ਪਰ ਸਮੇਂ ਤੋਂ ਰਹਿਤ। ਅਸੀਂ ਤੁਸੀਂ ਜੋ ਕੁਝ ਵੀ ਬਣਾਇਆ ਹੈ, ਮੂਰਤਾਂ ਹੀ ਹੈ ਨਾ। ਸਾਡੀ ਸਰੀਰਕ ਮੂਰਤ ਹੈ, ਅਸੀਂ ਕੰਧ ਚਿੱਤਰ ਬਣਾ ਲਏ, ਕੁਛ ਹੋਰ ਬਣਾ ਲਿਆ, ਸਭ ਸਮੇਂ ਦੇ ਵਿੱਚ ਹੈ। ਉਹ ਸਮੇਂ ਤੋਂ ਰਹਿਤ ਹੈ ਅਕਾਲ, ਜਿੱਥੇ ਸਮਾਂ ਨਹੀਂ। ਅਤੇ ਕਦੇ ਅੰਦਾਜ਼ਾ ਲਾਈਏ ਕਿ ਜੇ ਸਮਾਂ ਨਾ ਹੋਵੇ ਤਾਂ ਕੀ ਹੋਵੇਗਾ। ਸਾਡੇ ਵਰਗੇ ਵਿਚਾਰਾਂ ਕੋਈ ਬੰਦਿਸ਼ਾਂ ਨਹੀਂ ਹੋਣਗੀਆਂ। ਕੋਈ ਵੱਖਰਾ ਹੀ ਉਦੇਸ਼ ਹੋਏਗਾ, ਵੱਖਰਾ ਹੀ ਸਵਰੂਪ ਹੋਏਗਾ, ਵੱਖਰਾ ਹੀ ਸੁਭਾਅ ਹੋਏਗਾ। ਕਦੇ ਕਦੇ ਅਭਿਆਸੀਆਂ ਨੂੰ ਇਹ ਤਜਰਬਾ ਹੁੰਦਾ। ਗੁਰਦੇਵ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਹੋਵੇ, ਜਦੋਂ ਕਿਤੇ ਅਸੀਂ ਧਿਆਨ 'ਚ ਬੈਠੇ ਹੋਈਏ, ਕੀਰਤਨ ਹੋ ਰਿਹਾ ਹੋਵੇ ਜਾਂ ਕੀਰਤਨ ਕਰਦਾ ਵੀ ਇਸ ਅਵਸਥਾ ਨੂੰ ਮੰਨ ਸਕਦਾ ਹੈ। ਪਾਠ ਕਰਦਿਆਂ ਵੀ ਕਦੇ ਕਦੇ ਮਾਣਿਆ ਜਾਂਦਾ ਹੈ ਘੱਟ, ਕਿਉਂਕਿ ਤੁਸੀਂ ਸ਼ਬਦ ਦੀ ਦੁਕਾਨ ਤੇ ਤੋਮਾ ਧਿਆਨ 'ਚ ਬੈਠੇ, ਇਕਾਂਤ ਬੈਠੇ ਤੁਸੀਂ ਸਿਮਰਨ ਕਰਦੇ ਹੋ। ਖਾਸ ਕਰਕੇ ਉਦੋਂ ਜਦ ਮਿਠਾਸ ਵਿੱਚ ਕੀਰਤਨ ਹੋ ਰਿਹਾ ਹੈ ਅਤੇ ਤੁਸੀਂ ਸਮਾਧੀ ਲਗਾ ਧਿਆਨ ਜੋੜ ਕੇ ਬੈਠੇ ਹੋ, ਤੁਹਾਨੂੰ ਪਤਾ ਹੀ ਨਾ ਲੱਗੇ ਕਿ ਕਦੋਂ 20 ਮਿੰਟ 50 ਮਿੰਟ ਗੁਜ਼ਰ ਗਏ। ਤੁਸੀਂ ਕੁਝ ਹੁਣੇ ਹੀ ਤਾਂ ਬੈਠੇ ਸਾਂ, ਅਜੇ ਹੁਣੇ ਹੀ ਤੇ ਪਤਾ ਲੱਗਾ ਕਿ 50 ਮਿੰਟ ਗੁਜ਼ਰ ਗਏ ਨੇ। ਐਸੇ ਦਰਸ਼ਨ ਹੈ ਨੇ ਵਡੇਰਿਆਂ ਦੇ, ਬਾਤ ਤਾਰੀਫ ਹੈਗੇ ਨੇ, ਜਿਨ੍ਹਾਂ ਨੇ ਕਿਸੇ ਵਸਤੂ ਨੂੰ ਦੇਖਿਆ, ਸ਼ੁਕਰ ਕੀਤਾ, ਬੈਠੇ, ਨੇਤਰ ਬੰਦ ਹੋ ਗਏ। ਸਾਡੇ ਤੁਹਾਡੇ ਲਈ ਕਈ ਵਾਰ 2-2, 4-4, 6-6 ਘੰਟੇ ਗੁਜ਼ਰ ਗਏ, ਪਰ ਅਗਲੇ ਕਹਿੰਦੇ ਕਿ ਹੁਣੇ ਤੇ ਬੈਠੇ ਸਾਂ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਬਾਬਤ ਇੱਕ ਗਾਥਾ ਆਉਂਦੀ, ਕਦੇ ਪੜ੍ਹਨਾ ਉਹਨਾਂ ਦੀ ਜੀਵਨੀਆਂ 'ਚੋਂ। ਇੱਕ ਦਿਨ ਸੰਧਿਆ ਦੇ ਵੇਲੇ ਸੋਦਰ ਦਾ ਪਾਠ ਜਾਪ ਜਿਸ ਦਿਨ ਟੇਮ ਹੁੰਦਾ ਕੀਤਾ ਹੈ, ਪ੍ਰਸ਼ਾਦਾ ਸਾਹਮਣੇ ਆਇਆ। ਪ੍ਰਸ਼ਾਦੇ ਦੀ ਇੱਕ ਗਰਾਹੀ ਮੁੱਖ 'ਚ ਪਾਈ, ਬੜਾ ਸਵਾਦ ਲੱਗਾ। ਸ਼ੁਕਰਾਨੇ ਚੁੜ ਕੇ, ਹੇ ਸੱਚੇ ਪਾਤਸ਼ਾਹ, ਤੇਰਾ ਸ਼ੁਕਰਾਨਾ, ਇੰਨਾ ਸਵਾਦਿਸ਼ਟ ਭੋਜਨ ਮੇਰੇ ਵਰਗੇ ਵਿਰਕਤ ਜੇ ਸਾਧੂ ਨੂੰ ਇੰਨਾ ਸਵਾਦਿਸ਼ਟ ਆਨੰਦਦਾਇਕ ਭੋਜਨ ਦਿੱਤਾ ਹੈ। ਲੰਬਾ ਸਾਹ ਲੈ ਕੇ ਜੁੜ ਗਏ। ਸਾਰੀ ਰਾਤ ਸਾਰਾ ਦਿਨ ਬੈਠੇ ਰਹੇ। ਅਗਲਾ ਦਿਨ ਆ ਗਿਆ। ਜਿਹੜੇ ਨਾਲ ਪਰਿਵਾਰਾਂ ਠਹਿਰੇ ਸੀ ਉਹ ਵੀ ਪਿਆਰੇ ਸਨ, ਟਿਕੇ ਰਹੇ। ਉਹਨਾਂ ਚੁੱਪਚਾਪ ਥਾਲ ਚੁੱਕ ਲਿਆ। ਅਗਲੇ ਦਿਨ ਨੇਤਰ ਖੋਲ੍ਹੇ, ਪ੍ਰਸ਼ਾਦਾ ਥਾਲ ਤਿਆਰ ਹੋ ਕੇ ਆਇਆ। ਕਹਿਣ ਲੱਗੇ ਕੀ ਗੱਲ, ਪ੍ਰਸ਼ਾਦਾ ਲੈ ਗਏ? ਕਹਿਣ ਲੱਗੇ ਬਾਬਾ ਜੀ ਬੜਾ ਸਮਾਂ ਹੋ ਗਿਆ। ਕਹਿਣ ਲੱਗੇ ਹੁਣੇ ਹੀ ਤਾਂ ਬੈਠੇ ਸੀ, ਅਜੇ ਹੁਣੇ ਹੀ ਤਾਂ ਬੈਠੇ ਸੀ। ਆ ਭਾਈ ਸਾਹਿਬ ਜੀ, ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੇ ਨਾਲ ਰਹਿੰਦੇ ਆ, ਕਈ ਵਾਰ ਐਸੀ ਖੇਡਾਂ ਵੇਖੀਆਂ। ਅਜੇ ਹੁਣੇ ਹੀ ਤਾਂ ਹੋਇਆ ਸੀ, ਪਤਾ ਲੱਗਾ 4-4 ਘੰਟੇ ਦਾ ਗੈਪ ਹੋਣਾ। ਅਸਾਂ ਬਾਹਰ ਬੈਠੇ ਥੱਕ ਜਾਣਾ, ਉਹਨਾਂ ਕਹਿੰਦਾ ਹੁਣੇ ਤੇ ਕੰਮ ਹੋਇਆ ਸੀ, ਹੁਣੇ ਤਾਂ ਬੈਠੇ ਹਾਂ। ਇਹ ਸਾਡੀ ਤੁਹਾਡੀ ਮੱਤ ਅਤੇ ਬੁੱਧੀ ਤੋਂ ਪਾਰ ਦੀਆਂ ਖੇਡਾਂ ਨੇ। ਅਜੇ ਅਸੀਂ ਆਪਣੇ ਨਾਲ ਰਹਾਈਏ ਅਤੇ ਹੰਡਦੇ ਗੁਰਮੁਖਾਂ ਦੇ ਬਾਰੇ ਵੀ ਨਹੀਂ ਸਮਝ ਪਾਏ, ਕਿਉਂਕਿ ਗੁਰੂ ਨੇ, ਅਤੇ ਗੁਰੂ ਵੀ ਉਹ ਜੋ ਆਪ ਨਾਰਾਇਣ ਕਲਾਧਾਰ ਨੇ। ਇੱਕ ਤੇ ਗੁਰੂ ਕਿਸੇ ਉਦਮ ਕਰਕੇ ਬਣਿਆ, ਇੱਕ ਤੇ ਉਹ ਗੁਰੂ ਹੈ ਜੋ ਕਿਸੇ ਮਿਹਨਤ ਮੁਸ਼ੱਕਤ ਕਰਕੇ ਪੌੜੀਆਂ ਚੜ੍ਹ ਕੇ ਉੱਥੇ ਪਹੁੰਚਿਆ। ਪਰ ਉਹ ਹੈ ਹੀ, ਆਇਆ ਹੀ ਉੱਥੋਂ ਹੈ। ਉਹ ਤੇ ਗੁਰੂ ਆਪ ਨਾਰਾਇਣ ਕਲਾ ਧਾਰ ਤੱਕ ਮੈਂ ਪਰਵਰੇ ਗੁਰੂ ਨਾਨਕ ਨੇ। ਇਸ ਕਰਕੇ ਭਾਈ ਇਹ ਤੇਜੋ ਪਲੀਏ। ਭਾਗਾਂ ਵਾਲੇ ਉਹ ਪਿਆਰੇ ਨੇ ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ, ਗੁਰੂ ਨਾਨਕ ਦੀ ਸਾਖੀਆਂ ਤੋਂ ਸਿੱਖਿਆ ਲੈਂਦੇ ਨੇ, ਗੁਰੂ ਨਾਨਕ ਦੀ ਬਾਣੀ ਨੂੰ ਸਮਝਦੇ ਨੇ, ਮੰਨਦੇ ਨੇ, ਮੱਤ ਬੁੱਧ ਦੇ ਕਰਕੇ। ਔਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਹੀ ਜਿਨ੍ਹਾਂ ਨੇ ਸਾਨੂੰ ਕਿਸੇ ਪ੍ਰਕਾਰ ਦੇ ਧਾਰਮਿਕ ਆਡੰਬਰ ਕਿਰਿਆ ਕਲਾਪਾਂ ਤੋਂ ਬਾਅਦ ਕੇਵਲ ਕਰਤੇ ਪੁਰਖ ਦੇ ਨਾਲ ਜੋੜ ਦਿੱਤਾ ਹੈ। ਸਾਡੇ ਸਮਾਜ ਵਿੱਚ ਬੇਸ਼ੱਕ ਬਹੁਤ ਸਾਰੀ ਕਿਰਿਆਵਾਂ ਚਾਲੂ ਨੇ, ਧਰਮ ਦੇ ਨਾਂ 'ਤੇ, ਪਰੰਪਰਾ ਦੇ ਨਾਂ 'ਤੇ, ਉਹਨਾਂ ਦੇ ਅਲੱਗ-ਅਲੱਗ ਮਤਲਬ ਪਰੰਪਰਾਗਤ ਹੋਣ ਅਲੱਗ ਬਾਤ ਹੈ। ਪਰ ਉਹਦੇ ਕਰਕੇ ਕਹੇ ਕਿ ਪ੍ਰਮਾਤਮਾ ਰੀਝਦਾ ਨਾ ਭਾਈ, ਇਹਨਾਂ ਸਮਾਜਿਕ ਕਿਰਿਆਵਾਂ ਕਰਕੇ ਪ੍ਰਮਾਤਮਾ ਨੇ ਰੀਝਦਾ। ਪ੍ਰਮਾਤਮਾ ਨੂੰ ਰਿਝਾਉਣ ਵਾਸਤੇ ਕੋਈ ਜੁਗਤ ਗੁਰੂ ਨਾਨਕ ਨੇ ਪ੍ਰੇਮ ਕਰੋ ਅਤੇ ਪ੍ਰੇਮ ਕਰਕੇ ਸਿਮਰਨ ਕਰਿਆ ਕਰੋ।
ਉਹ ਸੇਵਾਦਾਰ ਕਿਤਨਾ ਭਾਗਾਂ ਵਾਲਾ ਤੇ ਕਿਤਨਾ ਵਿਸ਼ਵਾਸ ਦ੍ਰਿੜ ਵਿਸ਼ਵਾਸੀ ਹੋਵੇਗਾ ਜੋ ਰੋਜ਼ਾਨਾ ਬਸਤਰ ਲੈ ਕੇ ਪਹੁੰਚ ਜਾਂਦਾ ਹੈ, ਕਿਉਂਕਿ ਉਹਦੇ ਪਿੱਛੇ ਨੇ ਬੇਬੇ ਨਾਨਕੀ ਜਿਹੜੇ ਅਡੋਲ ਟਿਕੇ ਹੋਏ ਨੇ। ਸਾਰੇ ਕਹਿੰਦੇ ਨੇ ਗੁਰੂ ਨਾਨਕ ਜੀ ਡੁੱਬ ਗਏ, ਨਾਨਕ ਡੁੱਬ ਗਏ, ਪਰ ਬੇਬੇ ਕਹਿੰਦੇ ਨਾ ਨਾ ਸ਼ਬਦ ਨਾ ਵਰਤਿਆ ਕਰੋ। ਉਹ ਡੁੱਬਿਆਂ ਨੂੰ ਤਾਰਨ ਆਏ। ਉਹ ਹੁਕਮ ਦਾ ਬੱਧਾ ਹੋਇਆ ਸੇਵਕ ਉੱਥੇ ਰੋਜ਼ ਆਣ ਖੜਦਾ ਹੈ। ਪਹਿਲੇ ਦਿਨ ਇਸ਼ਨਾਨ ਕਰਨ ਗਏ ਨੇ, ਸਾਰਾ ਦਿਨ, ਅਗਲਾ ਸਾਰਾ ਦਿਨ, ਤੇ ਤੀਸਰੇ ਦਿਨ ਕਹਿੰਦੇ ਨੇ ਫਿਰ ਖੜਾ ਸੀ ਉਸੇ ਸਮੇਂ ਤੇ ਜਿਸ ਸਮੇਂ ਇਸ਼ਨਾਨ ਕਰਕੇ ਦਰਿਆ 'ਚੋਂ ਵਾਪਸ ਆਉਂਦੇ ਸਨ, ਮਹਾਰਾਜ ਉਸੇ ਸਮੇਂ ਹੀ ਉਸੇ ਪੜਾਅ 'ਤੇ ਉਹਨਾਂ ਥਾਵਾਂ 'ਤੇ ਦਰਿਆ ਤੋਂ ਵਾਪਸ ਆ ਗਏ। ਜਦੋਂ ਸੇਵਕ ਨੇ ਵੇਖਿਆ ਕਿ ਉਹ ਲੋਕ ਕੁਛ ਕਹਿੰਦੇ ਸਨ, ਕੁਛ ਹੁੰਦਾ ਕੀ ਹੈ, ਆਹ ਤੇ ਕੁਛ ਹੋਰ ਹੀ ਬਣ ਗਿਆ। ਜੋ ਬੇਬੇ ਕਹਿੰਦੀ ਸੀ ਸੱਤ ਹੋ ਗਿਆ। ਸ਼ਰਧਾ ਉਰ ਭੂਰ ਨਿਹਾਰ ਦਰਬਾਰ, ਗੁਰੂ ਪਦ ਪ੍ਰੇਮ ਮਹੋਤ ਅਧੀਰਾ। ਪ੍ਰੇਮੀ ਸੀ, ਪਿਆਰਾ ਸੀ, ਜਾਣਦਾ ਸੀ, ਨਾਲ ਰਹਿੰਦਾ ਸੀ, ਦੇਖਦਾ ਸੀ ਗੁਰੂ ਨਾਨਕ ਦੇ ਬਰਕਤਾਂ ਨੂੰ, ਗੁਰੂ ਨਾਨਕ ਦੇ ਪਿਆਰ ਨੂੰ ਮੰਨਦਾ ਸੀ। ਪਰ ਹੁਣ ਟਕਟਕੀ ਲਗਾ ਕੇ ਬੇਬੇ ਨੇ ਵੀ ਕਹਿ ਦਿੱਤਾ ਕਿ ਭਲਿਆ ਤੂੰ ਬੈਠਾ ਰਹਿ, ਆਉਣਗੇ ਔਰ ਤੇਰੇ ਹੱਥੋਂ ਹੀ ਬਸਤਰ ਪ੍ਰਾਪਤ ਕਰਨਗੇ। ਬੈਠਾ ਉਸੇ ਪਾਸੇ ਜਿਵੇਂ ਹਮੇਸ਼ਾ ਦਰਿਆ ਨੂੰ ਕਰਕੇ ਬੈਠਾ ਸੀ। ਮੁਖ ਸੋਚਤ ਲੋਚਨ ਨੀਰ ਵਿਮੋਚਤ, ਚੌਪਤ ਚੀਤ ਚਲੈ ਚੱਖ ਨੀਰਾ। ਅਚਾਨਕ ਦਰਿਆ 'ਚੋਂ ਹਲਚਲ ਹੋਈ, ਜਿਵੇਂ ਕੋਈ ਡੁਬਕੀ ਲੱਗੀ ਹੋਈ ਮਨੁੱਖ ਬਾਹਰ ਆਉਂਦਾ ਹੈ। ਦੇਖਿਆ ਗੁਰੂ ਨਾਨਕ ਦਰਿਆ 'ਚੋਂ ਪਾਣੀ 'ਚੋਂ ਬਾਹਰ ਆਏ ਨੇ। ਕਦੋਂ ਅਸੀਂ ਇਸ਼ਨਾਨ ਸਮੇਂ ਨਿਕਸੇ ਕਰੁਣਾਕਰ, ਇਸ਼ਨਾਨ ਦੇ ਸਮੇਂ 'ਤੇ ਪ੍ਰਵੇਸ਼ ਕੀਤਾ ਸੀ। ਜਿਤਨਾ ਸਮਾਂ ਇਸ਼ਨਾਨ ਚਲਾਉਂਦੇ ਸੀ ਉਨੇ ਕੁ ਦਿਨ ਚੜ੍ਹੇ ਇਸ਼ਨਾਨ ਤੋਂ ਬਾਹਰ ਆਏ ਨੇ। ਉਹਦੇ 'ਤੇ ਨੇਤਰ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਇਹ ਦੇਖ ਕੀ ਰਿਹਾ ਹੈ? ਇਹ ਅਦਭੁਤ ਕੌਤਕ ਪਹਿਲੀ ਵਾਰ ਸੰਸਾਰ ਕਿਸੇ ਵੇਖਿਆ ਵੀ ਦਰਿਆ 'ਚ ਕੋਈ ਗਿਆ ਹੋਵੇ ਤੇ 3 ਦਿਨ ਬਾਅਦ ਦਰਿਆਓ ਤੋਂ ਵਾਪਸ ਆ ਰਹੇ। ਦੇਖ ਰਿਹਾ ਬਾਸੁਰ 3 ਬਿਤਾਏ, ਹੈਰਾਨ ਹੈ ਮਤ ਬੁੱਧ ਦੀ ਹੈਰਾਨ ਹੋ ਗਈ, ਕਿਉਂਕਿ ਹੁਣ ਤੱਕ ਤੇ ਹੁਕਮ 'ਚ ਬੱਧਾ ਟਿਕਿਆ ਸੀ। ਜਦੋਂ ਉਸਨੇ ਦੇਖਿਆ ਤੇ ਹੈਰਾਨ ਹੋ ਗਿਆ। 3 ਦਿਨ ਬੇਬੇ ਸੱਚ ਕਹਿੰਦੀ ਹੈ, ਇੱਥੇ ਸਮਾਂ ਨਹੀਂ ਹੈ। ਬੇਬੇ ਸੱਚ ਕਹਿੰਦੀ, ਰੱਬ ਰੂਪ ਹੈ, ਬੇਬੇ ਸੱਚ ਕਹਿੰਦੀ ਹੈ। ਇਹ ਤਾਂ ਪਰਮਾਤਮਾ ਰੂਪ ਹੈ, ਸਾਡੇ ਤੁਹਾਡੇ ਉਧਾਰ ਵਾਸਤੇ ਆਏ। ਦ੍ਰਿਗ ਦੇਖਤ ਹੀ ਉਮਗਾ, ਉਮਗਾ ਕਹਿੰਦੇ ਉਤਸ਼ਾਹਿਤ ਹੋ ਗਿਆ, ਨੱਕ ਤੁਰਿਆ ਬਾਲਕਾ ਵਾਂ। ਕਿਉਂਕਿ ਹੁਣ ਤੱਕ ਤੇ ਜੱਕੋ ਤੱਕ ਹੀ ਸੀਗਾ, ਪਤਾ ਨਹੀਂ ਬੇਬੇ ਐਵੇਂ ਨਾ ਕਹੀ ਜਾਂਦੀ ਹੋਵੇ, ਬੇਬੇ ਪ੍ਰੇਮ ਬੈਰਾਗ ਵਿੱਚ ਨਾ ਕਹੀ ਜਾਂਦੀ ਹੋਵੇ ਵੀ ਹੋ ਸਕਦਾ ਪ੍ਰੇਮ ਤੇ ਬੈਰਾਗ ਮੰਨ ਹੀ ਨਹੀਂ ਰਹੀ। ਬਾਕੀ ਸਾਰੇ ਤੇ ਦੇਖ ਬੈਠੇ ਆ, ਛਾਣ ਬੈਠੇ ਆ, ਮੰਨ ਬੈਠੇ ਆ, ਪਰ ਕੱਲੀ ਬੇਬੇ ਹੀ ਹੈ ਜੋ ਆਪ ਵੀ ਨਹੀਂ ਮੰਨਦੀ ਤੇ ਸੁਲੱਖਣੇ ਨੂੰ ਵੀ ਮੰਨਣ ਨਹੀਂ ਦਿੰਦੀ। ਸੁਲੱਖਣੇ ਰੋਣ ਵੀ ਨਹੀਂ ਦਿੰਦੀ, ਕਹਿੰਦੇ ਕਿ ਨਹੀਂ ਉਹਨੇ ਆ ਜਾਣਾ, ਇਸ਼ਨਾਨ ਕਰਕੇ ਆ ਜਾ, ਤੂੰ ਚਿੰਤਾ ਨਾ ਕਰ, ਤੂੰ ਇਸੇ ਤਰ੍ਹਾਂ ਬੈਠੀ ਰਹੋ ਹਰ ਸ਼ਿੰਗਾਰ ਕਰਕੇ, ਮੰਨਣ ਵੀ ਦਿੰਦੀ। ਪਰ ਜਦੋਂ ਵੇਖਿਆ ਸਾਹਮਣੇ ਗੁਰੂ ਨਾਨਕ ਨੂੰ ਤੇ ਉਮਗਾ ਕਹਿੰਦੇ ਆ ਤੂੰ ਉਤਸ਼ਾਹਿਤ ਹੋ ਗਿਆ, ਉਛਲ ਹੀ ਪਿਆ। ਅਨੁਰਾਗ ਸੁਪਾਗ ਸੁਦਾਸ ਖਰਾ ਜਲ ਤੀਰਾ, ਖਲੋਤਾ ਤੇ ਪਾਣੀ ਦੇ ਕੰਢੇ ਤੇ ਸੀ, ਪਰ ਉਹਦੇ ਹਾਲਾਤ ਸਾਡੇ ਕੋਲ ਸ਼ਬਦ ਨੇ। ਇਸ ਬੈਰਾਗ ਤੇ ਸੁਰਾਗ ਪਹੁੰਚਾ ਗਿਆ। ਦੌਰ ਕਰੀ ਪਦ ਮੈਂ ਅਭਿਵੰਦਨ, ਬਸ ਨੱਠ ਕੇ ਚਰਨਾਂ ਤੇ ਟਹਿ ਗਿਆ। ਕਿਉਂਕਿ ਹੁਣ ਤੱਕ ਜੋ ਦੇਖਿਆ ਸੀ ਤੇ ਅੱਜ ਜੋ ਗੁਰੂ ਨਾਨਕ ਦੇਖਿਆ ਬਦਲਿਆ। ਕਿਉਂਕਿ ਹੁਣ ਤੱਕ ਤੇ ਸਿਰਫ ਇਹ ਸਮਝਦਾ ਸੀ ਕਿ ਮੈਂ ਇਹਨਾਂ ਕੋਲ ਨੌਕਰੀ ਕਰਦਾ ਭਾਈ, ਮੈਂ ਤੇ ਸੇਵਾਦਾਰ ਹਾਂ। ਹੁਣ ਤੱਕ ਤੇ ਇਹਨਾਂ ਕੋਲ ਸੰਬੰਧ ਸੀ, ਹਾਂ ਸੇਵਾਦਾਰੀ ਕਰਦਾ, ਪਰ ਭਲੇ ਨੇ, ਚੰਗੇ ਨੇ, ਇਮਾਨਦਾਰ ਨੇ, ਭਗਤੀ ਭਾਵ ਵਾਲੇ ਨੇ, ਬੰਦਗੀ ਵਾਲੇ ਨੇ, ਭਲਾ ਕਰਦੇ ਨੇ, ਕਦੇ ਕਿਸੇ ਬੁਰਾ ਨਹੀਂ ਕਰਦੇ, ਸਮੇਂ ਸਮੇਂ ਹਰ ਚੀਜ਼ ਦਿੰਦੇ ਨੇ, ਮਾਲਕ ਚੰਗਾ ਹੈ। ਪਰ ਅੱਜ ਪਤਾ ਲੱਗਾ ਕਿ ਦੁਨੀਆ ਦਾ ਮਾਲਕ ਹੈ, ਢਹਿ ਕੇ ਚਰਣੀ ਪੈ ਗਿਆ। ਅੰਬਰ ਦੀਨ ਸਿਰ ਉਠਾ, ਜਿਵੇਂ ਅਸੀਂ ਕਹੀਏ ਤੌਲੀਆ ਦੇ ਬਸਤਰ ਮਹਾਰਾਜ ਨੂੰ ਦੇਣੇ ਹੁੰਦੇ ਸੀ, ਇਹਨੇ ਮਹਾਰਾਜ ਨੂੰ ਬਸਤਰ ਦਿੱਤੇ। ਸੁਖੰਬਰ ਪਾਇਓ, ਮਹਾਰਾਜ ਨੇ ਉਸ ਬਸਤਰ ਲਏ, ਬਸਤਰ ਬਦਲੇ। ਦੇਖ ਦਿਆਲ ਤਿਸੈ, ਜਦੋਂ ਮਹਾਰਾਜ ਨੇ ਵੇਖਿਆ ਵੀ ਸੇਵਕ ਵਾਕਿਆ ਪ੍ਰੇਮ ਵਿੱਚ ਹੈ, ਉਸੇ ਭਾਵ 'ਚ ਉੱਥੇ ਟਿਕਿਆ ਹੋਇਆ। ਤੇ ਕਾਲ ਜਦੋਂ ਵੇਖਿਆ ਮਹਾਰਾਜ ਨੇ ਕਿਹਾ ਕਿ ਨਿਹਾਲ ਭਇਓ, ਸਭ ਤੋਂ ਪਹਿਲਾ ਬੋਲ ਸੇਵਕ ਨੂੰ ਮਿਲਿਆ ਨਿਹਾਲ। ਅੱਜ ਸਾਨੂੰ ਬਾਅਦ 'ਚ ਮਿਲੇ ਨੇ। ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਤੇ ਮਿਲਦਾ ਨਾ, ਨਾਨਕ ਨਦਰੀ ਨਦਰ ਨਿਹਾਲ। ਪਹਿਲੀ ਬੇਨਤੀ ਤੇ ਸਾਨੂੰ ਇੰਨੀ ਸਮਝ ਆ ਜਾਏ
ਗੁਰੂ ਦੀ ਨਿਗਾਹ ਪੈਣ ਦੇ ਨਾਲ ਹੀ ਸਿੱਖ ਨਿਹਾਲ ਹੋ ਜਾਂਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਨਦਰੀ ਦੀ ਨਦਰ ਪੈ ਗਈ, ਜਿਸ ਨੂੰ ਖੁਲਾਸੇ 'ਚ ਕਹੀਏ ਅਮੈ ਦ੍ਰਿਸ਼ਟ ਸ਼ੁਭ ਕਰੈ, ਅੰਮ੍ਰਿਤਮਈ ਦ੍ਰਿਸ਼ਟੀ ਪੈ ਗਈ, ਸ਼ੁਭ ਕਰਤਾ। ਅੰਮ੍ਰਿਤ ਦ੍ਰਿਸ਼ਟੀ ਪੇਖੈ ਹੋਏ ਸੰਤ, ਜਿਤੇ ਗੁਰੂ ਦੇ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਓ ਤੇ ਸੰਤ ਹੋ ਜਾਂਦਾ ਹੈ। ਪਹਿਲੀ ਦ੍ਰਿਸ਼ਟੀ ਤੇ ਪਈ, ਨਿਹਾਲ ਭਇਓ, ਇੱਥੇ ਸੇਵਕ ਨਿਹਾਲ ਹੋ ਗਿਆ। ਮਹਾਰਾਜ ਦੇ ਮੁਖ ਪਹਿਲਾ ਬਚਨ ਮਿਲਿਆ, ਸਿੱਖਾ ਨਿਹਾਲ ਛੂਟ ਕਪਾਟ ਕੇ ਝਟਤੀ। ਝਟਤੀ ਦਾ ਮਤਲਬ ਹੈ ਝਟ ਹੀ, ਬਸ ਮਹਾਰਾਜ ਦੀ ਉਹ ਪਾਵਨ ਰਸਨਾ ਤੋਂ ਬੋਲ ਕੇ ਨਿਕਲੇ, ਇਹਦੇ ਤੇ ਕਪਾਟ ਖੁੱਲ ਗਏ। ਪ੍ਰਮਠਾਟ ਹਟਾ, ਜੋ ਭਰਮ ਦਾ ਚੱਕਰ ਬਣਿਆ ਹੁੰਦਾ ਸਾਡੇ ਸਾਰਿਆਂ ਤੇ, ਗੁਰਦੇਵ ਕਿਰਪਾ ਕਰੋ ਸਾਡਾ ਟੁੱਟ ਜਾਏ। ਜਿਵੇਂ ਫੋਟੋ ਆਂਡਾ ਭਰਮ ਕਾ ਮਨ ਹੈ ਭਇਆ ਪ੍ਰਗਾਸ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ ਹੋ ਗਿਆ। ਪ੍ਰਮਠਾਟ ਹਟਾ ਘਟ ਗਿਆਨ ਸੁਹਾਇਓ, ਗਿਆਨ ਦਾ ਸੋਹਣਾ ਸਰੂਪ, ਗੁਰੂ ਨਾਨਕ ਦਾ ਸੋਹਣਾ ਸਰੂਪ ਦਰਸ਼ਨ ਹੋ ਗਿਆ। ਹੁਣ ਤੱਕ ਤੇ ਕੇਵਲ ਮਾਲਕ ਰੂਪ ਦੇਖਦਾ ਸੀ, ਕੁਝ ਹੋਰ ਦੇਖਦਾ ਸੀ, ਪਰ ਜਦੋਂ ਤੇ ਗਿਆਨ ਦੇ ਨੇਤਰ ਖੁੱਲੇ, ਕੁਛ ਹੋਰ ਦੇਖਿਆ ਹੈ ਤੇ ਕੁਛ ਹੋਰ ਹੀ ਚੀਜ਼ ਹੈ। ਮੰਦ ਹੈ ਮੰਦ ਚਲੇ ਪੁਰਖੋ, ਬਸਤਰ ਪਾ ਲਏ, ਬੋਲੇ ਨਹੀਂ, ਹੁਣ ਕੁਛ ਹੋਰ ਨਹੀਂ ਬੋਲੇ, ਚੁੱਪਚਾਪ ਹੌਲੀ ਹੌਲੀ ਮਹਾਰਾਜ ਨਗਰ ਵੱਲ ਤੁਰ ਪਏ ਨੇ। ਜੋ ਦੰਭ ਨਿਕੰਦਨ ਕੋ ਭਵੇ ਆਇਓ, ਹੁਣ ਬੜੇ ਹੌਲੀ ਹੌਲੀ ਠਰਮੇ ਦੀ ਚਾਲ 'ਚ ਗੁਰੂ ਨਾਨਕ ਸਾਹਿਬ ਜੀ ਜੋ ਸੰਸਾਰ ਦੇ ਲੋਕਾਂ ਦਾ ਜੋ ਭਰਮ ਹੈ ਉਸ ਨੂੰ ਮਿਟਾਉਣ ਵਾਸਤੇ ਆਏ ਨੇ, ਤੁਰ ਪਏ ਨੇ। ਥੋੜ੍ਹੀ ਦੂਰ ਗਏ, ਜੋ ਨਗਰ ਦੇ ਨੇੜੇ ਆ ਗਏ ਨਾ, ਹੁਣ ਆਪਾਂ ਵੇਖਦੇ ਹਾਂ ਕਿ ਵੇਈ ਨਦੀ ਸ਼ਹਿਰ ਦੇ ਵਿਚਕਾਰ ਲੰਘਦੀ, ਦੋ ਪਾਸੇ ਆਬਾਦੀ ਹੈ। ਕਲਪਨਾ ਉਦੋਂ ਥੋੜ੍ਹੀ ਜਿਹੀ ਹਟਵੀਂ ਸੀ, ਆ ਕਿਤੇ ਜਿਨ੍ਹਾਂ ਨੂੰ ਸੁਲਤਾਨਪੁਰ ਜਾਣ ਦਾ ਵਕਤ ਮਿਲਿਆ ਹੋਵੇ, ਆ ਹੁਣ ਚਲੋ 500 ਸਾਲਾਂ ਤੇ 550 ਸਾਲ ਦਰਮਿਆਨ ਬਹੁਤੇ ਜੀਅ ਨੂੰ ਜਾਣ ਦਾ ਵਕਤ ਮਿਲੇ, ਪਰ ਕਿਉਂਕਿ ਉਦੋਂ ਬਹੁਤ ਜ਼ਿਆਦਾ ਸੰਗਤਾਂ ਦੇ ਇਕੱਠ ਸਨ ਤੇ ਸਾਡੇ ਵੀ ਦਿਲ ਦਿਮਾਗ 'ਚ ਕਿਸੇ ਫੜ ਲਓ ਵੀ ਮੱਥਾ ਟੇਕੋ, ਕਦੇ ਵਕਤ ਲੱਗੇ ਠਹਿਰ ਕੇ ਜਾਣਾ ਤੇ ਉੱਥੋਂ ਦੇਖਣਾ ਗੁਰੂ ਨਾਨਕ ਪਾਤਸ਼ਾਹ ਸਭ ਦਾ ਉਹ ਟਿਕਾਣਾ ਹੱਟੀ ਥੋੜ੍ਹੀ ਹਟਵੀ ਹੈ। ਬੇਬੇ ਨਾਨਕੀ ਸਾਹਿਬ ਦਾ ਘਰ ਥੋੜ੍ਹਾ ਹਟਵਾ ਹੈ, ਸਾਰੇ ਟਿਕਾਣੇ ਹਟਵੇ ਨੇ। ਉਦੋਂ ਨਦੀ ਥੋੜ੍ਹਾ ਜਿਹਾ ਆਬਾਦੀ ਤੋਂ ਹਟਵੀ ਸੀ ਤੇ ਉਹ ਹਟਵੀਂ ਆਬਾਦੀ ਹੈ, ਉਧਰ ਨੂੰ ਆਏ ਨੇ। ਤੇ ਸਭ ਤੋਂ ਪਹਿਲਾਂ ਕਿਹਾ ਪ੍ਰਥਮ ਭ੍ਰਿਤ ਕੋ ਭੇਜਿਓ, ਜਦੋਂ ਘਰਾਂ ਦੇ ਨੇੜੇ ਆ ਗਏ ਤੇ ਆਪਣੇ ਸੇਵਕ ਨੂੰ ਕਹਿੰਦੇ, ਜਾ ਭਾਈ ਛੇਤੀ ਜਾ ਜਰਾਮ ਆਗਾਰ, ਭਾਈਆ ਜੈਰਾਮ ਜੀ ਦੇ ਘਰ ਜਾ। ਸਭ ਤੋਂ ਪਹਿਲਾਂ ਸੁਨੇਹਾ ਸਾਡਾ ਭਾਈਆ ਜੀ ਦੇ ਘਰ ਲੈ ਜਾ। ਜਹ ਵੈਸੀ ਸ਼੍ਰੀ ਨਾਨਕੇ ਧਰਿਓ ਧਿਆਨ ਸੁਖਸਾਰ, ਜਾ ਰਵਾ ਜਾ। ਬੇਬੇ ਜੀ ਬੈਠੇ ਹੋਣੇ ਬੜੇ ਪਿਆਰ 'ਚ, ਤੇ ਇੰਝ ਕਰੀ ਸਰਬ ਨਿਸ਼ਾ ਬੀਤੀ ਜਿਸ ਹੈ ਗਿਣਤੀ ਭਨਤ ਅਪਾਰ। ਸਾਰੀ ਰਾਤ ਹੋ ਗਏ ਨੇ, ਬੇਬੇ ਨੇ ਅੱਖ ਨਹੀਂ ਲਾਈ, ਸਾਰੀ ਰਾਤ ਹੋ ਗਈ, ਬੇਬੇ ਪਿਆਰ 'ਚ ਬੈਠੀ ਹੈ। ਮਮ ਦਿਸ਼ਤੇ ਬੰਧਨ ਕਰੋ, ਸਿਰ ਚਰਨਾਂ ਪਰ ਧਾਰਨ ਕਰੀ। ਮੇਰੇ ਵੱਲੋਂ ਬੇਬੇ ਦੇ ਚਰਨਾਂ 'ਤੇ ਸਿਰ ਧਰ ਕੇ ਮੱਥਾ ਟੇਕੀ, ਤੇ ਤੇਰੀ ਖਬਰ ਹੀ ਬਹੁਤ ਹੈ। ਜਦੋਂ ਤੂੰ ਮੇਰੇ ਵੱਲੋਂ ਮੱਥਾ ਟੇਕੇਂਗਾ ਤੇ ਉਹਨੂੰ ਸਭ ਪਤਾ ਲੱਗ ਜਾਣਾ। ਸੁਨ ਸ਼੍ਰੋਣ ਵੇਖੇ ਗਇਓ ਦਾਸ ਤਬ ਹੈ, ਕਿ ਹੁਣ ਇਹ ਸੇਵਕ ਦੇ ਤੇ ਦੁਨੀਆ ਦੇ ਚੱਕਰ ਮੁੱਕ ਚੁੱਕੇ ਨਾ, ਹੁਣ ਤੇ ਗੁਲਾਮ ਹੋ ਚੁੱਕਾ ਗੁਰੂ ਨਾਨਕ ਦਾ ਪਿਆਰ ਵਿੱਚ। ਨੱਠਾ ਗਿਆ ਭਾਈਆ ਜੈਰਾਮ ਦੇ ਘਰ। ਜੈਰਾਮ ਜੀ ਦਾ ਦਰ ਖੁੱਲ੍ਹਾ ਪਿਆ, ਕਿਉਂਕਿ ਬੇਬੇ ਸਾਰਾ ਜਾਗਦੇ ਰਹੇ, ਉਹਨਾਂ ਦਰ ਭੇੜਿਆ ਹੀ ਨਹੀਂ। ਅੱਜ ਉਡੀਕ ਕੇ ਆਉਣਾ, ਦਰ ਖੁੱਲ੍ਹੇ, ਸਿੱਧਾ ਰਵਾਂ ਰਵੀ ਭੇਟੀ ਸੀ, ਅੰਦਰ ਚਲਾ ਗਿਆ। ਜਹ ਨਾਨਕੀ ਧਿਆਨ ਕੇ ਰਸ ਨਹੀਂ, ਜਿੱਥੇ ਬੇਬੇ ਨਾਨਕੀ ਦੀ ਨੇਤਰ ਬੰਦ ਕਰ ਗੁਰੂ ਨਾਨਕ ਦੇ ਧਿਆਨ 'ਚ ਪ੍ਰੇਮ 'ਚ ਬੈਠੇ ਹੋਏ ਨੇ। ਪ੍ਰਵਿਸ਼ੋ ਕਰ ਜਾਏ ਵਿਲੋਕੀ ਤਹਾਂ, ਰਵਾ ਰਵੇ ਘਰ ਅੰਦਰ ਚਲਾ ਗਿਆ। ਦੇਖਿਆ ਬੇਬੇ ਪ੍ਰੇਮ ਦੀ ਭਗਤੀ ਮੂਰਤ ਬੈਠੀ ਹੈ, ਕਰ ਆਸਨ ਬੈਠੀ ਅਡੋਲ ਪ੍ਰਵੀਨੀ, ਅਡੋਲ ਆਸਨ 'ਚ ਬੈਠੇ ਨੇ ਤੇ ਧਿਆਨ ਗੁਰੂ ਨਾਨਕ ਦੇ ਚਰਨਾਂ 'ਚ, ਗੁਰੂ ਨਾਨਕ ਦੇ ਪਿਆਰ 'ਚ ਟਿਕਿਆ ਹੈ। ਬੜੇ ਪਿਆਰ ਨਾਲ ਇੱਕ ਭਰਾ ਆਰਾਧਨ ਕੀ ਲਿਵਲਾ ਕੀ, ਇੱਕ ਆਪਣੇ ਭਰਾ ਦੇ ਆਰਾਧਨਾ 'ਚ ਗੁਰੂਦੇਵ ਕਿਰਪਾ ਕਰਨ ਕਿਤੇ ਸਾਨੂੰ ਐਸਾ ਸਬਬ ਮਿਲੇ।
ਅਸੀਂ ਵੀ ਕਦੇ ਬਹਿ ਜਾਈਏ, ਦੁਨੀਆ ਸਾਡੇ ਦਿਲੋਂ ਦਿਮਾਗ ਤੋਂ ਨਿਕਲ ਜਾਏ, ਦੁਨੀਆ ਦੇ ਦਬਾਅ, ਦੁਨੀਆ ਦੇ ਪ੍ਰੈਸ਼ਰ, ਦੁਨੀਆ ਦੀ ਈਰਖਾ, ਨਿੰਦਾ, ਚੁਗਲੀਆਂ ਸਾਡੇ ਮਨਾਂ ਚੋਂ ਨਿਕਲ ਜਾਵਣ ਅਤੇ ਕੇਵਲ ਗੁਰੂ ਨਾਨਕ, ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਐਸੇ ਇੱਕ ਵੈਸੀ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਅੱਜ ਜਦੋਂ ਅਸੀਂ ਸੁਖਾਸਨ ਦੀ ਸੇਵਾ ਹੋ ਜਾਂਦੀ ਨਾ, ਉਹਨਾਂ ਨੇ ਚੁੱਪਚਾਪ ਸਾਰੀ ਸੁਖਾਸਨ ਸੇਵਾ ਦੇ ਵਿੱਚ ਸ਼ਾਮਲ, ਅਖੀਰ ਤੇ ਸੰਗਤ ਵਿੱਚ ਆਉਣਾ, ਅਰਦਾਸ ਵਿੱਚ ਸ਼ਾਮਲ ਹੈ। ਸੰਗਤ ਨੇ ਆਪਣੇ ਆਪਣੇ ਵਾਹਿਗੁਰੂ ਵਾਹਿਗੁਰੂ ਕਰਦੇ ਪ੍ਰਸ਼ਾਦ ਲੈ ਕੇ ਘਰਾਂ ਨੂੰ ਜਾਣਾ ਹੁੰਦਾ, ਔਰ ਉਸ ਭਲੇ ਪੁਰਖ ਨੇ ਦਰਬਾਰ ਦੇ ਬਾਹਰ ਕਿਵਾੜ ਸੰਜਤ ਹੋ ਜਾਣੇ, ਸਿਸਟਮ ਦੇ ਮੁਤਾਬਕ ਉਹਨੇ ਬਾਹਰ ਬੈਠ ਜਾਣਾ। ਬਸ ਇੱਕੋ ਹੀ ਟੇਕ ਇੰਨੇ ਮਹੀਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕਿਤਨਾ ਚਿਰ ਪਤਾ ਨਹੀਂ, ਕਈ ਵਾਰ ਤੇ ਸੱਚ ਰਾਤ ਉੱਤੇ ਬੈਠੇ ਰਹਿਣਾ। ਜਦੋਂ ਗ੍ਰੰਥੀ ਨੇ ਪ੍ਰਕਾਸ਼ ਕਰਨ ਲਈ ਆਉਣਾ, ਮਲਕੜੇ ਜਿਹੇ ਖਿਸਕ ਜਾਣਾ, ਸੱਚ ਰਾਤ ਬੈਠੇ ਤੇ ਕੀਰਤਨ ਸੁਣਦੇ। ਆਸਾ ਕੀ ਵਰਦ ਕੀਰਤਨ ਕੀ ਉਸਨੇ ਸੁਣਨਾ, ਬੈਠੇ ਬੈਠੇ ਦੇ ਨੇਤਰ ਸਜਲ ਹੋਣੇ, ਛਮਾ ਛਮ ਨੇਤਰਾਂ ਤੋਂ ਨੀਰ ਨਿਕਲਣਾ। ਪਰ ਕਈ ਵਾਰ ਉਸਨੇ ਦਿਸ਼ਾ ਬਦਲ ਲੈਣੀ, ਜਿਵੇਂ ਇੱਧਰ ਨੂੰ ਮੂੰਹ ਕਰਕੇ ਬੈਠੇ ਤੇ ਕੰਧ ਵੱਲ ਮੂੰਹ ਕਰ ਲੈਣਾ। ਕਈਆਂ ਤੋਂ ਆਪਣਾ ਕਹਿਣ ਲੱਗੇ, ਜਿੱਧਰ ਮੇਰੇ ਗੁਰੂ ਨਾਨਕ ਕੀਰਤਨ ਮੈਂ ਇੱਧਰ ਘੁੰਮ ਜਾਂਦਾ, ਮੈਨੂੰ ਕੀ ਮਤਲਬ ਦੁਨੀਆ ਦੇ ਨਾਲ, ਮੈਂ ਤੇ ਗੁਰੂ ਨਾਨਕ ਵੱਲ ਮੁੱਖ ਕਰਦਾ, ਜਿੱਧਰ ਮੇਰੇ ਗੁਰੂ ਨਾਨਕ ਹੁੰਦੇ ਨੇ ਮੈਂ ਉੱਧਰ ਉੱਧਰ ਘੁੰਮਦਾ ਰਹਿੰਦਾ। ਕਾਰ ਵਿਹਾਰ ਵੀ ਆਪਣਾ ਪੂਰਾ ਕਰਨਾ ਹੈ। ਐਸੇ ਰਸਿਕ ਮਨੁੱਖ ਜਗਤ ਵਿੱਚ ਹੈਗੇ, ਜਿਨ੍ਹਾਂ ਦੇ ਸਹਾਰੇ ਜੇ ਅਸੀਂ ਟਿਕੇ ਹੋਏ ਆ ਨਾ, ਐਸੇ ਹੀ ਰਸ ਭਰਿਆਂ ਦੇ ਸਹਾਰੇ ਤੇ ਆ, ਬਸ ਛੁਪੇ ਹੋਏ ਨੇ ਪਿਆਰ 'ਚ, ਦਿਖਾਵਾ ਨਹੀਂ ਕਰਦੇ। ਸਾਡੇ ਵਰਗੇ ਦੋ ਤੁਕਾਂ ਸੁਧ ਪੜ੍ਹ ਲੈਣ, ਅਸੀਂ ਦਿਖਾਵਾ ਕਰਨਾ ਕੋਈ ਨਹੀਂ, ਕਿਤੇ ਦੋ ਦਿਨ ਨਿਤਨੇਮ ਕਰ ਲਓ ਤਾਂ ਅਸੀਂ ਬੱਲੇ ਬੱਲੇ ਕਰ ਲਈਏ। ਪਰ ਪ੍ਰੇਮੀ ਪ੍ਰਭੂ ਕੇ ਪਿਆਰੇ ਜਿਹੜੇ ਟਿਕੇ ਰਹਿੰਦੇ, ਛੁਪੇ ਰਹਿੰਦੇ ਨੇ, ਕਿਉਂਕਿ ਭਾਈ ਸਾਹਿਬ ਵੀਰ ਸਿੰਘ ਨੇ ਛੁਪੇ ਰਹਿਣ ਦੀ ਚਾਹ। ਐਸੇ ਪ੍ਰਭੂ ਦੇ ਪਿਆਰੇ ਛੁਪ ਜਾਂਦੇ ਨੇ, ਜਿਨ ਹਰ ਪਾਇਓ ਤਿਨ ਛੁਪਾਇਓ। ਉਹ ਤੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ, ਕਿਉਂਕਿ ਜਾਣਦੇ ਨੇ ਸਾਡੀ ਗੱਲ ਨੂੰ ਸੁਣਨ ਵਾਲਾ ਸੰਸਾਰ 'ਚ ਉਸ ਲੈਵਲ ਦਾ ਹੈ ਹੀ। ਬੇਬੇ ਟਿਕੇ ਹੋਏ ਨੇ, ਬੈਠੇ ਨੇ। ਹੁਣ ਇਹਨੇ ਦੇਖਿਆ ਬੇਬੇ ਸਮਾਧੀ 'ਚ ਬੈਠੇ ਨੇ, ਕਿਉਂਕਿ ਉਂਝ ਸਮਾਧੀ 'ਚੋਂ ਕਿਸੇ ਨੂੰ ਖੜਨਾ ਜਾਂ ਥੋੜ੍ਹਾ ਇਹ ਨਹੀਂ ਕਰਨਾ ਚਾਹੀਦਾ। ਕਦੇ ਵੀ ਕੀਰਤਨ 'ਚ ਕੋਈ ਬੈਠਾ ਹੋਵੇ, ਕੋਈ ਪਾਠ ਕਰਦਾ, ਕੀਰਤਨ ਸੁਣਦਾ, ਜੇ ਟਿਕਿਆ ਬੈਠਾ ਹੋਵੇ ਤੇ ਕਿੰਨਾ ਵੀ ਜ਼ਰੂਰੀ ਕੰਮ ਹੋਵੇ, ਭਾਈ ਉਹਨੂੰ ਜਾ ਕੇ ਛੇੜਿਆ ਨਾ ਕਰੋ। ਸਾਡੇ 'ਚ ਆਦਤ ਹੈ ਜਾ ਕੇ ਗੋਡਾ ਲਾ ਕੇ ਛੇੜ ਕੇ ਆਪਣੀ ਫਤਿਹ ਬੁਲਾ ਦੇਣੀ ਨਾ। ਭਾਈ ਬਾ ਮੁਸ਼ਕਿਲ ਕੋਈ ਟਿਕਦਾ ਹੈ। ਆਮ ਤੌਰ 'ਤੇ ਦੇਖਦੇ ਨਾ, ਆਪਣੀ ਜਾਣ ਪਹਿਚਾਣ ਸਾਬਤ ਕਰਨ ਵਾਸਤੇ ਅਸੀਂ ਗੋਡਾ ਲਾ ਦੇਣੇ ਆ, ਜੇ ਤੁਸੀਂ ਵੱਡੇ ਆ ਤੇ ਮੋਢੇ 'ਤੇ ਹੱਥ ਰੱਖਦੇ ਨੇ ਨਾ। ਸੰਗਤ ਵਿੱਚ ਕੋਈ ਬੈਠਾ ਕੀਰਤਨ ਟਿਕਿਆ ਹੋਇਆ, ਉਹਦਾ ਅਦਬ ਕਰੀ ਸ਼ਬਦ ਦਾ, ਉਹਦੀ ਸੁਰਤ ਲਿਵ ਸੁਖ ਸ਼ਬਦ ਨਾਲ ਜੁੜੀ, ਸਾਡੇ ਨਾਲ ਨਹੀਂ ਹੈ, ਗੁਰੂ ਨਾਲ ਜੁੜੇ ਹੈ। ਤੇ ਅਦਬ ਕਰੀ ਉਹਦਾ, ਬਹੁਤ ਤੇ ਕੰਮ ਤੇ ਕੋਲ ਬਹਿ ਜੀ, ਉਹਦੇ ਇੰਤਜ਼ਾਰ ਕਰੀਏ ਕਦੋਂ ਦੇ ਨੇਤਰ ਖੁੱਲ੍ਹਣ। ਤੇ ਜਦੋਂ ਨੇਤਰ ਖੁੱਲ੍ਹ ਕੇ ਦੇਖੇ ਫਿਰ ਆਪਣੀ ਗੱਲ ਕਹਿ ਦਿਓ। ਅਸੀਂ ਤੇ ਉਹਨੂੰ ਜੁੜੇ ਹੋਏ ਨੂੰ ਤੋੜਦੇ ਨੇ, ਗੁਨਾਹ ਜ਼ਿਆਦਾ ਸਾਡੇ ਤੋਂ। ਜ਼ਿੰਦਗੀ ਸਾਡੇ ਤੋਂ ਕੋਈ ਜੁੜਦਾ ਤੇ ਹੈ ਨਹੀਂ, ਪਰ ਗਾਹੇ ਬਾਗੇ ਅਗਿਆਨਤਾ ਕਰ ਤੋੜ ਕੇ ਨਾ ਬਹਿਨੇ ਅਸੀਂ, ਪਤਾ ਨਹੀਂ ਵਿਚਾਰਾ ਕਦੇ ਮੁੜ ਕੇ ਕਦੋਂ ਜੁੜੇਗਾ। ਬੇਬੇ ਟਿਕੇ ਹੋਏ ਨੇ, ਪਰ ਜੋ ਕਿਸ ਨੂੰ ਹੁਕਮ ਸੀ ਮਾਲਕ ਦਾ, ਹੁਣ ਮਾਲਕ ਦੁਨਿਆਵੀ ਨਹੀਂ ਰਹੇ, ਹੁਣ ਤੇ ਕਪਾਟ ਖੁੱਲ੍ਹੇ ਪਏ ਨੇ। ਇਹ ਦੇਖ ਚੁੱਕਾ ਨਾਨਕ ਜੀ ਕੌਣ ਹੈ। ਉਹਨੇ ਕਿਹਾ ਸੀ ਕਿ ਜਾ ਕੇ ਚਰਨਾਂ 'ਤੇ ਧਰ ਮੱਥਾ ਟੇਕੀ। ਹੁਣ ਉੱਚੀ ਬੋਲਿਆ, ਸੁਣ ਭੋ ਸੁਮਤੇ, ਪੁਰਾਣਾ ਸ਼ਬਦ ਹੈ, ਬੀਬਾ ਸੁਣ, ਬੀਬਾ ਅੱਖਾਂ ਖੋਲ, ਤਬ ਆਇਓ ਸਹੋਦਰ। ਜਿਸ ਦੀ ਉਡੀਕ ਵਿੱਚ ਅੱਖਾਂ ਮੀਟ ਕੇ ਬੈਠੀ ਹੋ ਤੇ ਬਾਹਰ ਆ ਗਿਆ ਹੀ, ਜਿਹਨੂੰ ਯਾਦ ਕਰਦੀ ਤੀ ਅੱਖਾਂ ਮੀਟ ਕੇ ਬੈਠੀ ਹੋਈ ਹੈ, ਉੱਤੇ ਬਾਹਰ ਆ ਗਿਆ। ਉਹਨੇ ਮੈਨੂੰ ਭੇਜਿਆ, ਵੇਗ ਮਿਲੋ, ਮਿਲਣਾ ਹੈ ਤੇ ਚੱਲ ਮੇਰੇ ਨਾਲ ਬਾਹਰ ਹੀ ਖਲੋਤੇ। ਮੈਨੂੰ ਨਾ ਭੇਜਦੇ, ਉਹ ਆਪਣੇ ਮਸਤ ਆਨੰਦ ਦੀ ਚਾਲ ਚਾ ਰਹੇ ਨੇ। ਮੈਨੂੰ ਜਿਹੜਾ ਕਰ ਸੋਚਣ ਹੀ ਨਹੀਂ, ਸੋਚਾਂ ਦੀ ਦੁਨੀਆ 'ਚੋਂ ਬਾਹਰ ਆ ਬੇਬੇ, ਤੇ ਬਾਹਰ ਆ ਦੇਖ ਨਾਨਕ ਜੀ ਆਏ ਨੇ। ਉਹਨਾਂ ਮੈਨੂੰ ਸੁਨੇਹਾ ਦੇਣ ਲਈ ਭੇਜਿਆ, ਬੈਨ ਸੁਨੇ ਨਿਜ ਨੈਣ ਖੁੱਲੇ। ਇਹੀ ਸੁਨੇਹਾ ਵਾਸਤੇ ਤੇ ਬੇਬੇ ਦੇ ਨੇਤਰ ਬੰਦ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਬੇਬੇ ਦਾ ਇੱਕ ਵਾਅਦਾ ਹੋਇਆ ਸੀ ਕੁਛ ਦਿਨ ਪਹਿਲਾਂ। ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਬੇਬੇ ਨਾਲ ਵਾਅਦਾ ਕੀਤਾ ਸੀ ਕਿ ਬੇਬੇ, ਮੈਨੂੰ ਬੁਲਾਉਣ ਵਾਸਤੇ ਤੈਨੂੰ ਕਿਸੇ ਮਨੁੱਖ ਨੂੰ ਭੇਜਣ ਦੀ ਲੋੜ ਨਹੀਂ ਪਏਗੀ। ਜਦੋਂ ਤੁਸੀਂ ਹਿਰਦੇ ਕਰਕੇ ਯਾਦ ਕਰੋਗੇ, ਪ੍ਰੇਮ ਕਰਕੇ ਯਾਦ ਕਰੋਗੇ, ਮੈਂ ਉਦੋਂ ਆਪੇ ਆ ਜਾਊਂ। ਅਸੀਂ ਬੜੀ ਵੱਡੀ ਸਾਖੀ, ਪਿਛਕ ਅਸੀਂ ਉਹਨੂੰ ਅੱਜ ਉਸ ਲੈਵਲ ਨੂੰ ਛੂੰਹਦੇ ਹੀ ਨਹੀਂ ਕਿ ਬੇਬੇ ਜੀ ਪ੍ਰਸ਼ਾਦਾ ਪਕਾਉਂਦੇ
मन वैराग आ जाता, प्यार आ जाता, फुलका फुलदा है तो मन का किते वीरा कोल हुंदा ते गरम गरम ताज़ा प्रशादा छकांदी ते कहते उसे वक्त कुंडा खड़ गया, सेवादार ने कुंडा खोलिया, देखे नानक जी खड़े ने। इनू असीं कदे कदे लोग ज्ञानी है ना इतफाक कह जाने, देखो जी इतफाक हो जाना, वो भाई इतफाक नहीं है। अज टैलीपैथिक विज्ञान की धारा है वो मनन लग पे ने कि तुसीं इत्थे बैठे हुए भी अगर तुसीं प्रबुद्ध हो, तुसां अपने मन का अभ्यास किया है, अपने मन के नाल साधना की है, तो तुसीं तुहाडी रेंज होएगी, जिवें आ देख ना साडी डिवाइसां की रेंज होंदी, वाकी टाकी वाले तुरे फिरदे हुंदे ना कदे कि समागमां च, उन्हां सेंटर डिश किते लगी होंदी है तो उन्होंने रेंज होंदी है 100 मीटर तक, 150 मीटर तक, जिन्नी पावरफुल उन्होंने डिश है, जिन्ना रिसीवर तगड़ा उन्होंने उन्नी दूर तक अपने बंदियां नूं एक बंदा स्नेहा दे सकता है। ठीक इस तरह हर बंदे की रेंज है, कितनी दूर बैठे नूं तुसीं प्रभावित कर सकते हो, पर उसदे वास्ते पहला खुद तैयार होना पैंदा है, खुद रिसीवर बनना पैंदा है, फिर तुसीं डिलीवर करते हो, पहला रिसीव करते हो फिर डिलीवर बन करते हो। पर क्योंकि असीं ये काम करते ही नहीं, असीं ते नारे जयकारे ते लोगों के कर्मां धर्मां ते टीका टिप्पणी करते रहते हैं। असीं कितना कुछ जी हाँ अपने आप देखिए, कितना को है जो असीं टिक के प्रभु दे गुरु नानक दे प्यार च बैठते हैं, कोई पर नेत्र बांधन, कोई ख्याल नहीं, कोई विचार नहीं, धन गुरु नानक कितना को करते हैं। शुभ चिंतन गोबिंद रमन कितना को करते हैं, निर्मल साधु संग असीं कितना को होना। असीं ते सिवाए टीका टिप्पणी तुसीं आ की कीता, तुसीं आ की कीता, तुसीं क्यों करदे हो, असीं ते करदे लोकां दे कर्मां ते टिप्पणियां करदे हैं, लोकां दे धर्मां ते टिप्पणियां करदे हैं, लोकां दी परंपरावां ते टिप्पणियां करदे ना, भाई जो करदा करे। बस सानू गुरु नानक साहब ने एक गल दसी कि भाई प्रभु जो रिझाना जे कि किते किसी कर्म दे नाल नहीं रिझाया जाना। जिवें अज हो रहा ना लोकां वर्त रखे रखण भाई, पर गुरु तां प्रभु की खुशी नहीं जी मिलती। प्रभु की खुशी वास्ते हिरदे का वर्त रखना पैंदा है, वर्त रखना पैंदा। भाई सब कहते होंदे सी जे वर्त रखना ना तो रख लो, सारे रख लो भाई, पर काहदा रखियो, वर्त रखो भी अज शाम तक आपां झूठ नहीं बोलना, रख लो वर्त रख लो भी अज सवेर तो शाम तक मैं किसी को गाल नहीं कढ़नी, इस जुबान तो गाली नहीं निकलेगी, इस जुबान तो झूठ नहीं निकलेगा, इस जुबान तो किसी मंदा नहीं बोलना। वर्त रख लो, असीं करिए ना, सच वर्त तो नहीं जाणगे। बाकी अपने अपने लोग की करते हैं, जो करते हैं करी जा रहे हैं, ये बहुता कुछ देखा देखी स्वागत आ रहे। अजकल तो एक ने किया, 4 ने किया, 16 ने किया, देखा देखी बन के बाजार चलता है। इस बाजार के हालत है, अध्यात्म का कोई रति मात्र प्रवेश नहीं है। अध्यात्म सिर्फ निर्मलता मांगता है, प्रेम मांगता है, हृदय की निर्मलता, उतों की कोई शर्त है हृदय की निर्मलता। बैन सुने निज नैन खुले, रस परे नेत्र जो टिके हुए सन, रस परे नेत्र दुनियावी तौर पर साजाते जगराते जब साए हुए सन, नेत्र खुले ने। जन मृत अमी मुखन धार चुआई, मानो ये बोला ने कन्ना च अमृत की शह बरला दी। इस बोल वास्ते तो उड़ीक सिंह की बाहर आए ने, उड़ीक सी आनंद यो उमगा उर मैं, हृदय उत्साह आनंद, एक प्रेम जिन्हें कदे कदे कहने असनु प्रेम उमाहड़ा, गुरबाणी च जिक्र ना उमाहड़ा। उमाहड़े की व्याख्या से करनी औखी साढ़े लिए, क्योंकि उमाहड़ा आपको अपना होता है। किसी के मन में कितना उत्साह पैदा होता है कि उस उत्साह में आको की करता है। उर्मे जाए जराम के पास सुनाई, भाईया जयराम जी अजकल कई अपने कमरे च ने, अपने कमरे च ने, नींद उन्होंने कितने, क्योंकि सब तो वही बेचैनियां ते प्रैशर तो उन्होंने ही सी ना, दुनिया का सारा प्रैशर उन्होंने सी। लोग की तरह तरह की गल्लां बोल रहे सन और कह नहीं सी पा रहे कि जब जिक्र आएगा कि मैं माता तृप्ता नूं की मूँह लैके दिखावांगा, की बोलांगा, की दसांगा माता जी नूं कि माता नानक जी नहीं मैंने मिले, मैं की दसांगा। भाईया जयराम जी बस ठीक है कहूँ अपने मंजे के अपने कमरे से आराम ने के बेचैन। इन्होंने बेबे जी ने जाके भाई जी ने खबर सुनाई,
आवत है मन भावत सोदर। किस ਫਿਕਰਾਂ 'ਚ ਬੈਠੇ ਹੋ ਜਿਨ੍ਹਾਂ ਦੀ ਉਡੀਕ ਕਰਦੇ ਨੇ ਭਰਾ ਜੀ ਤੁਰੇ ਆਉਂਦੇ ਨੇ। ਸੋਦਰ ਕਹਿੰਦੇ ਨੇ ਸਕਾ ਭਰਾ ਸਹੋਦਰਾ, ਜਿਨ੍ਹਾਂ ਦੇ ਤੁਸੀਂ ਉਡੀਕ 'ਚ ਬੈਠੇ ਹੋ ਨਾ, ਜਿਨ੍ਹਾਂ ਦੇ ਕਰਕੇ ਤੁਸੀਂ ਪਰੇਸ਼ਾਨ ਹੋ ਰਹੇ ਹੋ ਨਾ, ਧਿਆਨ ਨਾਲ ਸੁਣੋ, ਬਾਹਰ ਤੁਰੇ ਆਉਂਦੇ ਨੇ। ਦੋਖ ਨਸਾਵਤ ਜਾਂ ਦਰਸਾਈ, ਜਿਨ੍ਹਾਂ ਦੇ ਦਰਸ਼ਨ ਮਾਤਰ ਹੀ ਪਾਪ ਮਿਟ ਜਾਂਦੇ ਨੇ, ਉਹ ਤੁਹਾਡੇ ਪਿਆਰੇ ਨਾਨਕ ਜੀ ਬਾਹਰੋਂ ਤੁਰੇ ਆਉਂਦੇ ਨੇ। ਹੁਣੇ ਸੁਨੇਹਾ ਆਇਆ ਹੈ, ਦਾਸ ਆਇਓ। ਉਹਨਾਂ ਸਵਾਲੀ ਨਿਸ਼ਾਨ ਪੁੱਛੋ ਵੀ ਤੈਨੂੰ ਸੁਨੇਹਾ ਕਿੱਥੋਂ ਆ ਗਿਆ। ਸੁਭਾਵਕ ਹੀ ਨਾ, ਅਸੀਂ ਤਾਂ ਰਾਤ ਦੇ ਘਰ ਬੈਠੇ ਹਾਂ, ਬੰਦਾ ਬਾਹਰੋਂ ਅਜੇ ਕੋਈ ਉੱਚੀ ਆਇਆ ਨਹੀਂ, ਦਿਨ ਚੜ੍ਹਿਆ ਨਹੀਂ, ਅਸੀਂ ਬਾਹਰ ਗਏ ਨਹੀਂ, ਅੱਧੀ ਰਾਤ ਦੇ ਤੂੰ ਬੈਠੀ ਹੋਈ ਹੈ, ਤੈਨੂੰ ਸੁਨੇਹਾ ਕਿਉਂ ਦੇ ਦਿੱਤਾ ਹੈ। ਬੇਬੇ ਕਹਿਣ ਲੱਗੇ ਦਾਸ ਆਇਓ, ਉਹਨਾਂ ਦਾ ਸੇਵਾਦਾਰ ਆਇਆ, ਜਿਹੜਾ ਇਸ਼ਨਾਨ ਦਾ ਮਸਵੱਕਾ ਸੇਵਾਦਾਰ, ਦਾਸ ਆਇਓ ਅਬ ਬਾਸ ਦੋ ਕਰ। ਹੁਣੇ ਥੋੜ੍ਹੀ ਦੇਰ ਪਹਿਲਾਂ ਉਹਨਾਂ ਦਾ ਸੇਵਾਦਾਰ ਆਇਆ ਸੀ, ਸੁੱਧ ਆਵਾਸ ਸੁਣਾਵਨ ਤਾਈ, ਇਹ ਮੈਨੂੰ ਸੁਨੇਹਾ ਦੇ ਕੇ ਗਿਆ ਹੈ। ਕਾਨ ਸੁਣੀ ਜਨਮੀਨ ਅਨੀਤ। ਭਾਈਆ ਜੈਰਾਮ ਜੀ ਨੂੰ ਸੁਣਿਆ ਕਿ ਸੇਵਾਦਾਰ ਆਇਆ, ਕਿਉਂਕਿ ਇਹਦੇ ਪਤਾ ਸੀ ਕਿ ਸੇਵਾਦਾਰ ਨੂੰ ਹੁਕਮ ਹੈ ਬੇਬੇ ਦਾ ਕਿ ਰੋਜ਼ਾਨਾ ਸਵੇਰੇ ਇਸ਼ਨਾਨ ਦੇ ਵਕਤ ਉੱਥੇ ਜਾਣਾ। ਅਤੇ ਮਾਂ ਨੂੰ ਇੱਦਾਂ ਹੋ ਗਿਆ ਜਿਵੇਂ ਮੱਛੀ ਨੂੰ ਪਾਣੀ ਮਿਲ ਗਿਆ, ਉਹ ਮੱਛੀ ਜੋ ਪਾਣੀ ਤੋਂ ਬਾਹਰ ਕੱਢੀ ਹੋਵੇ, ਤੜਫ ਰਹੀ ਹੋਵੇ, ਦਮ ਨਿਕਲ ਰਿਹਾ ਹੈ, ਜਾਂ ਅਚਾਨਕ ਉਸ ਨੂੰ ਕੋਈ ਪਾਣੀ ਸੁੱਟ ਦੇਵੇ, ਉਸ ਮੱਛੀ ਨੂੰ ਕੀ ਆਨੰਦ ਹੁੰਦਾ ਹੈ, ਉਹ ਮੱਛੀ ਜਾਣਦੀ ਹੈ। ਕਹਿਣ ਲੱਗੇ ਜਿਵੇਂ ਭਾਈਆ ਜੀ ਦੇ ਕੰਨਾਂ 'ਚ ਧੂਲ ਪਿਆ ਅਤੇ ਉਹਨਾਂ 'ਤੇ ਮਛਲੀ ਨੂੰ ਜਲ ਮਿਲ ਗਿਆ। ਨੀਰ ਕੀ ਆਨ ਕਟਾ ਬਰਖਾਏ, ਅਤੇ ਮੈਨੂੰ ਬਰਸਾਤ ਹੀ ਹੋ ਗਈ, ਆਨੰਦ ਆ ਗਿਆ। ਪੀਰ ਸੋ ਪੀਰਾ ਸਰੀਰ ਅਧੀਰ ਦਾ, ਜਿਹੜਾ ਸਰੀਰ ਉੱਠਦਾ ਨਹੀਂ ਸੀ, ਪੀੜ ਮੰਨਦਾ ਸੀ, ਕਿਉਂਕਿ ਗਮ ਜਿਹੜਾ ਨਾ ਸਰੀਰ ਨੂੰ ਜੁੜਦਾ ਸੀ। ਸਿਆਣੇ ਕਿਤੇ ਇਸ ਗੱਲ ਨੂੰ ਸਮਝੀਏ, ਉਤਸ਼ਾਹ ਦੀ ਖਬਰ ਤੁਹਾਨੂੰ ਐਨਰਜੀ ਦਿੰਦੀ ਹੈ, ਗਮ ਦੀ ਖਬਰ ਤੁਹਾਡੇ ਪ੍ਰਾਣ ਸੋਖ ਦੀ ਹੈ। ਕਦੇ ਕਦੇ ਮਨੋਵਿਗਿਆਨ ਜਦੋਂ ਸਟੱਡੀਆਂ ਕਰਦੇ ਹਾਂ, ਚੰਗੇ ਭਲੇ ਆਸੇ ਪਾਸੇ ਵਿਅਕਤੀ ਨੂੰ ਉਸ ਦੇ ਸੰਬੰਧੀ ਦੀ ਮੌਤ ਦੀ ਖਬਰ ਦੇ ਦਿਓ, ਉਹਦੇ ਸਰੀਰ ਦਾਨ ਸੁੱਕ ਜਾਂਦੀ, ਪ੍ਰਾਣ ਨਿਕਲ ਜਾਂਦਾ ਹੈ। ਅਸੀਂ ਮਨੋਵਿਗਿਆਨ 'ਚ ਮੰਨਦੇ ਹਾਂ ਕਿ ਮੌਤ ਦੀ ਖਬਰ ਹੀ ਸਾਡੇ ਪ੍ਰਾਣਾਂ ਨੂੰ ਸੰਕੋਚ ਦਿੰਦੀ ਹੈ, ਅਤੇ ਜੀਵਨ ਦੀ ਖਬਰ ਹੀ ਸਾਨੂੰ ਉਤਸ਼ਾਹਿਤ ਕਰ ਦਿੰਦੀ ਹੈ। ਅਤੇ ਕਿਉਂਕਿ ਅਸੀਂ ਕਹਿ ਨਹੀਂ ਰਹੇ, ਪਰ ਦੁਨੀਆ ਸਾਰੀ ਇਹੀ ਕਹਿ ਰਹੀ ਸੀ ਕਿ ਮੌਤ ਦੀ ਖਬਰ ਹੈ। ਦੁਨੀਆ ਸਾਰੀ 'ਤੇ ਮੌਤ ਬਣ ਰਹੀ ਸੀ, ਦੁਨੀਆ ਸਾਰੀ 'ਤੇ ਬਾਬੇ ਨਾਨਕ ਦੇ ਬਾਬਤ ਮੌਤ ਵਰਤਾ ਰਹੀ ਸੀ, ਅਤੇ ਇਹਦਾ ਅਸਰ ਕਿਤੇ ਪੈ ਰਿਹਾ ਸੀ। ਬੇਬੇ ਨਾਨਕੀ 'ਤੇ ਭਗਤੀ ਮੂਰਤ ਹੈ, ਉੱਤੇ ਤਾਂ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਸੀ ਪੈ ਰਿਹਾ, ਅਤੇ ਸਾਰਾ ਅਸਰ, ਸਾਰਾ ਦੁਸ਼ਪ੍ਰਭਾਵ, ਦੁਨੀਆ ਭਰ ਦੇ ਬੋਲਾਂ ਦਾ ਸਾਈਡ ਇਫੈਕਟ ਝੱਲ ਰਹੇ ਸਨ ਭਾਈ ਜੈਰਾਮ। ਔਰ ਜਦੋਂ ਉਹਨਾਂ ਨੂੰ ਖਬਰ ਮਿਲੀ, ਮਨ ਉਹਨਾਂ 'ਚ ਐਨਰਜੀ ਭਰ ਗਈ, ਤਾਕਤ ਆ ਗਈ। ਅਧੀਰ ਸੀ ਜੋ ਹੁਣ ਤੱਕ ਉੱਠਣਾ ਔਖਾ ਸੀ, ਸਹਾਰਾ ਲੈ ਕੇ ਉੱਠਣ ਲੱਗ ਪਏ ਸਨ। ਆਨਨ ਆਰੁਣਤਾ 'ਤੇ ਆਈ, ਇੱਕਦਮ ਜਿਵੇਂ ਸੂਰਜ ਚੜ੍ਹਨ ਦੇ ਨਾਲ ਕਮਲ ਖਿੜ ਜਾਂਦੇ ਨੇ, ਭਵਰੇ ਗੁੰਜਾਰ ਪਾਉਣ ਲੱਗ ਪੈਂਦੇ ਨੇ, ਇਵੇਂ ਇਹਨਾਂ ਦਾ ਅੰਦਰ ਖਿੜ ਉੱਠਿਆ। ਅਤੇ ਖਿੜੇ ਹੋਏ ਹੀਨ ਮਨੀ ਜੋ ਹੋਏ ਫਾਨੀ, ਜੈਨ ਸਮਝਣਾ ਕਿ ਜਿਵੇਂ ਕਿਸੇ ਸੱਪ ਦੀ ਮਣੀ ਕੱਢ ਲਈ ਹੋਵੇ, ਅਤੇ ਸੱਪ ਵਿਚਾਰਾ ਮਣੀਹੀਨ ਹੋਇਆ, ਸਿਰ ਸੁੱਟ ਕੇ ਪਿਆ ਹੁੰਦਾ। ਪੁੰਨ ਪਾਏ ਅਚਾਨਕ ਉਹਨੂੰ ਕੁਝ ਮਣੀ ਦੇ ਲੈ ਪਈ, ਆਪਣੀ ਮਣੀ ਲੈ, ਜਿਸ ਮਣੀ ਕਰਕੇ ਤੂੰ ਅਧੀਰ ਹੋਇਆ ਪਿਆ ਹੈ, ਆ ਲੈ ਮਣੀ ਲੈ। ਅਤੇ ਪ੍ਰਸੰਨ ਜਿਉਂ ਪੀਰ ਪਰ ਆਈ, ਜਦੋਂ ਪੀਰ ਪਰ ਆਈ ਦਾ ਮਤਲਬ ਚਲਾ ਜਾਵੇ, ਉਹਦੀ ਪੀੜਾ ਮਿਟ ਜਾਂਦੀ ਹੈ। ਇੱਦਾਂ ਹੀ ਦੌਰ ਦਿਆਗ ਸੋ ਆਏ ਮਿਲਾ। ਹੁਣ ਉਹਨੇ ਨਹੀਂ ਵੇਖਿਆ ਵੀ ਨਾਲ ਕੌਣ ਆਇਆ, ਉਹਨੇ ਨਹੀਂ ਵੇਖਿਆ ਵੀ ਵਸਤਰ ਲੀੜੇ ਕੱਪੜੇ ਕਿਹੋ ਜਿਹੇ ਪਾਏ ਨੇ, ਮੈਂ ਇੱਜ਼ਤਦਾਰ ਚੌਧਰੀ ਹਾਂ, ਮੈਂ ਵੱਡਾ ਅਫਸਰ ਹਾਂ, ਬਾਹਰ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ। ਬਸ ਖਬਰ ਸੁਣੀ ਬੇਬੇ ਤੋਂ ਕਿ ਵੇਖ ਬਾਹਰ ਆਏ ਤੇ ਨੇ ਉਹ, ਜਿਨ੍ਹਾਂ ਦੀ ਉਡੀਕ 'ਚ ਵੀਰ ਜੀ ਬੈਠੇ ਪਏ ਹੋ, ਉੱਥੇ ਸੇਵਾਦਾਰ ਹੁਣੇ ਦੱਸ ਕੇ ਗਿਆ, ਨਗਰ ਨੂੰ ਤੁਰੇ ਆਉਂਦੇ ਨੇ। ਬਸ ਦੌੜ ਪਏ ਨੇ। ਦੌਰ ਦੇ ਆਰਸ ਆਏ ਮਿਲਾ, ਤੇ ਕਾਲ ਆਨੰਦ ਕਹਿਓ ਨ ਜਾਈ। ਗਲਵਕੜੀ ਲੈ ਲਿਆ, ਉਮਰ 'ਚ ਛੋਟੇ ਸਨਾਨ ਸਤਿਗੁਰੂ ਜੀ। ਭਾਈਆ ਜੀ ਨੇ ਵੱਡੇ ਉਮਰਾਂ ਕਰਕੇ ਵੱਡੇ ਨੇ, ਪਿਆਰ ਦੀ ਗਲਵਕੜੀ 'ਚ ਪਾ ਲਿਆ। ਹੁਣ ਉਸ ਮਿਲਣੀ ਨੂੰ, ਉਸ ਆਨੰਦ ਨੂੰ ਸਾਡੇ ਕੋਲ ਸ਼ਬਦ ਨਹੀਂ ਹੋ ਸਕਦੇ, ਨਾ ਅਸੀਂ ਬਿਆਨ ਕਰ ਸਕੀਏ। ਬਸ ਇਹ ਕਹਿ ਸਕਾਂ ਕਿ ਉਹ ਆਨੰਦ, ਉਹ ਮਿਲਣੀ ਸੰਸਾਰ ਦੀ ਅਦਭੁਤ ਮਿਲਣੀ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੂੰ ਭਾਈਆ ਜੈਰਾਮ ਜੀ ਨੇ ਦੌੜ ਕੇ ਧਾ ਗਲਵਕੜੀ ਪਾਈ ਹੈ। ਯੋਂ ਸੁਣ ਕੇ ਪਰਿਵਾਰ ਸੰਪੂਰਨ, ਅਤੇ ਹੌਲੀ ਹੌਲੀ ਗੱਲ ਭਾਈਆ ਜੀ ਤੋਂ ਇਹ ਖਬਰ ਪਿਤਾ ਜੀ ਤੱਕ ਪਹੁੰਚ ਗਈ, ਬਾਬਾ ਪਰਮਾਨੰਦ ਜੀ ਤੱਕ।
ये खबर माता सुलखमणी तक पहुँच गई। ये खबर निके निके बालके बाबा श्री चंद ते लक्ष्मी दास ने उत्थों तक पहुँच गई। सारे घर च खिड़ा गया, जिहड़े कमल मुरझाए सन वो सारे कमल खिड़ गए ने। खुबार को दूर मिटाई, खुबार हुंदा शोक गम। आ घर च किते रब ना करे किसी घर च जां भाणा वरत जाए तो बजुर्ग बाबियां ते घरवाली ते बच्चों ते की असर पैंदा है। सब जानते हैं कि ना रोटी सुझी, ना पानी, ना दिन, ना रात, कुछ नहीं सुझदा। बैठे झूर भी सूरत होंदा है, ना गल करनी सुझदी है, कुछ सुझदे ने, दुनिया नहीं चंगी लगती। पर अचानक कोई कह गया जिहदी उड़ीक बैठे बाहर खड़े ने, आनंद ही आनंद है ना। जैसे कुहीर निवार करे, सूर उदय, जिवें कुहीर कहते हैं कोहरा, जिवें सूरज उदय होंदा ते कोहरा मिट जाता है, सुख त्यों प्रगटाई। हुण इस घर सब तो पहले सुख की रौनक अगे रौरा परापुर सारे दिखा, क्योंकि तुर के आए ने, आराम ना आए ने। नदी तो अपने अभ्यास घर तक गली तक तुर के आउंदे आउंदियां 10-20 लोगों ने वेख्या, एक ने वेख्या, 2 4 6 नगर सवेरे सवेरे रौला पै गया। भई विखे बिस्मात हृदय अवलोक लुकाई, लोग हैरान हो गए, जिन्हों पता लगता धा के दौड़ा पुदो नानक आ गए, नानक आ गए। 3 दिन बाद प्रगट हो गया, क्योंकि लोगों वास्ते करावास सी, लोगों वास्ते अचंभा सी। कान सुने सो दौर मिले, जिहड़ा कन्नी खबर सुनदा 3 दिन हो गए डुबे, बाहर आ गया। असीं जे इसनूं पंजाबी भाषा समझना होवे, आम पेंडू लहज कि वो डुब गया सी बेली, वापस आ गया 3 दिन बाद। रौला पै गया, नर बृंद भय संग श्री सुखदाई। गुरु महाराज जी के आले दुआले लोगों का इकट्ठ हो गया, भीड़ हो गई। मंद ही मंद मुकंद आए पुर, महाराज हौली हौली चलते चलते हम आबादी च आ गए ने। लोचन जो अरविंद सुहाए, नेत्र खिड़े हुए ने कमला वांग, चेहरा हसूं हसूं करदा, किसी नाल गलबात नहीं करते, अपने ध्यान से लोग मगर मगर तुरदे हुए नानक को डुब गए सी। नानक को 3 दिन हो गए दरिया च गए, आ तुरे जाते हैं, किसी की हिमाकत नहीं कोई बोल सके। रुतबा ही इन्ना वड्डा हो गया, अंदर की जोत आभा मंडल जिन्होंने पंजाबी ओरा कहने, उही ना वड्डा हो गया भी कौन नेड़े जाके कुछ कित्थे गए सी, की होया। आपन केतर जाए खरे प्रभु, घर नहीं आए, तुरते तुरते जाके मोदी खाने के दरवाजे ते खलो गए। आपन कहते हैं पुरानी भाषा जिन्होंने असीं ब्रज कहते हैं, उन्होंने हट्टी जाके अपने जो मोदी खाना स्टोर सी ना उसके दरवाजे ते खलो गए। देखा दरवाजे बंद ने, बार कपाट भे अवलोक कह, बूझे हैं दास सो ऐसे बताए। नौकर चाकर बेचारे उत्थे भी सिर निवा के बैठे ने उदास, उन्होंने हथ पल्ले कुछ नहीं, की करन, जिस दे गए ने उदन दे ताले लगे। पुछया भी की गल, तो साडी नहीं खोली। खान करी निज 500 बंदे, कहते कि महाराज खान साहब बंद कर गए ने। जदों दे तुसीं गए हो, नवाब साहब आप आए सी हट्टी ते आप आके बंद करवा गए ने, ते छोर दुकान में बार दो, उन्हें आप ताला ला दिता है। ये ताला नवाब साहब लाया, आप जी की गैर हाजरी दे विच नवाब साहब ने हट्टी बंद कराती ते हट्टी में ताला ला दिता है। नानक आन तबै निज पांस, छोर दुकान को बार दो, कहने के खोल दो ताला। जे नवाब ने बंद किया तो की होया, चाबियां तुहाडे कोल ने? हाँ जी हाँ जी, हुक्म है सानूं बंद करन दा, असीं बंद करके बैठे हैं, खुलण दा हुक्म नहीं गए, कहने के खोल दो। क्योंकि मालिक से हट्टी रही सन ना, नवाब ने तो गैर हाजरी च कीता सी, इन्हां दरवाजा खुलवा दिता है। नानक आन तबै निज पांस, छोर दुकान कुबार देओ, मानव जौन सुने निज कारण, आवत ताए अचंभ भयो। जिहड़ा सुनदा इधर भी नानक आ गए, नानक आ गए, नानक आ गए, नानक आ गए, सरे बाजार शोर मचिया हुआ। दिन ज्यों ज्यों चढ़ता जाता है त्यों त्यों शोर मचता जाता है। फिर गुरु नानक पातशाह साहब जी ने हट्टी का दरवाज़ा खोलते, कल शाम को के चलांगे कि दरवाज़ा खोल के महाराज ने किवें बरकत वंडी है, गुरु नानक की रहमत सामने प्राप्त हो सके।